ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਰਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਪ੍ਰੋਗਰਾਮ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਦੇ ਵਿੱਚ ਆਪ ਸਭਨਾਂ ਦਾ ਸਵਾਗਤ ਹੈ। ਡਾਕਟਰ ਹਰਸ਼ਿੰਦਰ ਕੌਰ ਜੀ ਮੇਰੇ ਨਾਲ ਨੇ, ਕਿਉਂਕਿ ਇੱਥੇ ਇੰਗਲੈਂਡ ਦੀ ਫੇਰੀ ਦੇ ਵਿੱਚ ਹੈ ਅਤੇ ਅਸੀਂ ਸੋਚਿਆ ਵੀ ਇਹਨਾਂ ਦੇ ਨਾਲ ਪ੍ਰੋਗਰਾਮ ਰਿਕਾਰਡ ਕਰ ਲਈਏ। ਭੈਣ ਜੀ, ਪਿੱਛੇ ਜਿਹੇ ਇੱਕ ਖਬਰ ਆਈ ਜਿਹਦੇ ਵਿੱਚ 3 ਸਾਲ ਦੀ ਬੱਚੀ ਜਿਹਦੇ ਨਾਲ ਬਹੁਤ ਭੈੜਾ ਇੱਕ ਡਰਾਈਵਰ ਨੇ ਕੋਈ ਕੁਛ ਕੀਤਾ, ਅਤੇ ਉਹ ਖਬਰ ਤੁਸੀਂ ਸੁਣੀ ਹੋਣੀ ਹੈ, ਅਤੇ ਉਹਦੇ ਬਾਰੇ ਕੁਛ ਪਤਾ ਹੋਵੇ ਤਾਂ ਕੀ ਗੱਲ, ਤਾਂ ਉਹ ਦੱਸੋ। ਇੱਥੋਂ ਹੀ ਸ਼ੁਰੂ ਕਰਦੇ ਹਾਂ ਆਪਾਂ ਜੀ। ਇੱਕ ਮਾਂ ਸੀ ਜਿਸ ਦੀ ਜਦੋਂ ਉਹ ਲੈਣ ਗਈ ਸਕੂਲ ਤੋਂ ਬੱਸ ਜਿਸ ਨਾਲ ਆਉਣਾ ਸੀ ਉਸ ਬੱਚੀ ਨੇ, ਤਾਂ ਉਸ ਬੱਸ ਵਿੱਚ ਉਹ ਲੱਭੀ ਨਹੀਂ ਬੱਚੀ। ਉਹਨੂੰ 3 ਵਰ੍ਹਿਆਂ ਦੀ ਬਾਲੜੀ ਸੀ। ਉਸਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਅੱਧੇ ਕੁ ਘੰਟੇ ਬਾਅਦ ਉਹ ਸੁੱਤੀ ਹੋਈ ਬੱਸ ਦੇ ਵਿੱਚੋਂ ਲੱਭੀ, ਅਤੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਨੀਂਦ ਆ ਗਈ ਹੈ, ਚੁੱਕ ਕੇ ਘਰ ਲਿਆਏ। ਅਤੇ ਜਦੋਂ ਲਿਆਏ ਤਾਂ ਉਸ ਤੋਂ ਬਾਅਦ ਡਰਾਈਵਰ ਨੇ ਫ਼ੋਨ ਕੀਤਾ ਕਿ ਤੁਹਾਡੀ ਬੱਚੀ ਅੱਜ ਆਈ ਨਹੀਂ। ਹੁਣ ਇਹ ਉਹਨਾਂ ਦੇ ਕੋਲ ਬੱਚੀ ਸੀ, ਲੈ ਕੇ ਵੀ ਬੱਸ 'ਚ ਆਏ ਸਨ, ਅਤੇ ਉਹਨਾਂ ਨੂੰ ਬੜਾ ਅਜੀਬ ਲੱਗਿਆ ਕਿ ਕਿਉਂ ਇਸ ਤਰ੍ਹਾਂ ਦੀ ਗੱਲ ਕਹੀ ਗਈ। ਪਰ ਜਦੋਂ ਸ਼ਾਮ ਨੂੰ ਜਗਾਉਣਾ ਚਾਹਿਆ, ਬੱਚੀ ਜਾਗੀ ਨਹੀਂ। ਅਗਲੇ ਦਿਨ ਸਵੇਰ ਤੱਕ ਬੇਸੁਰਤ ਪਈ ਬੱਚੀ। ਉਹਨਾਂ ਨੂੰ ਸ਼ੱਕ ਪਿਆ ਵੀ ਇਹ ਨਾਰਮਲ ਜੀ ਗੱਲ ਨਹੀਂ ਹੈ, ਇਹਦਾ ਮਤਲਬ ਇਹ ਕੁਝ ਨਾ ਕੁਝ ਨਸ਼ਾ ਦਿੱਤਾ ਲੱਗਦਾ ਹੈ, ਜੋ ਬੱਚੀ ਇਸ ਵੇਲੇ ਹੋਸ਼ 'ਚ ਵੀ ਨਹੀਂ, ਗੱਲ ਵੀ ਨਹੀਂ ਕਰ ਰਹੀ, ਉੱਠ ਵੀ ਨਹੀਂ ਰਹੀ। ਅਤੇ ਡਰਾਈਵਰ ਕਹਿ ਰਿਹਾ ਉਹ ਬੱਸ ਵਿੱਚ ਆਈ ਨਹੀਂ, ਅਤੇ ਉੱਥੋਂ ਸਾਰੇ ਬੱਚੇ ਤੁਰ ਗਏ ਸਨ। ਉਸ ਤੋਂ ਬਾਅਦ ਵੀ ਉਹ ਸੁੱਤੀ ਹਾਲਤ ਵਿੱਚ ਹੀ ਬੱਸ 'ਚੋਂ ਚੁੱਕੀ, ਅਤੇ ਡਰਾਈਵਰ ਨੇ ਇਹ ਵੀ ਨਹੀਂ ਕਿਹਾ ਜੋ ਬੱਸ ਚਲਾ ਰਿਹਾ ਸੀ ਕਿ ਉਹ ਵਿੱਚ ਸੁੱਤੀ ਪਈ ਹੈ। ਯਾਨੀ ਸਾਰਾ ਕੁਛ ਕੁਐਸਚਨੇਬਲ ਜਿਹਾ ਹੋ ਗਿਆ ਕਿ ਆਖਰ ਵਾਪਰਿਆ ਕੀ ਹੈ। ਸਕੂਲ ਵਾਲਿਆਂ ਨਾਲ ਗੱਲ ਜਦੋਂ ਕੀਤੀ ਤਾਂ ਉਹਨਾਂ ਨੇ ਸਭ ਕੁਛ ਰਫਾ ਦਫਾ ਕਰ ਦਿੱਤਾ। ਮਾਂ ਨੂੰ ਬਾਹਰ ਬਿਠਾਈ ਰੱਖਿਆ। ਕੁਛ ਪੁੱਛਣ ਦੀ ਜੋ ਵੀ ਕੋਸ਼ਿਸ਼ ਕੀਤੀ ਜਾਂ ਨਾ ਕੀਤੀ, ਅਸੀਂ ਕੀ ਦੱਸ ਸਕਦੇ ਹਾਂ। ਅੰਦਰ ਜੋ ਮੀਟਿੰਗ ਉਹਨਾਂ ਨੇ ਕੀਤੀ, ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਸਾਨੂੰ ਕੁਝ ਪਤਾ ਨਹੀਂ। ਤਾਂ ਬੱਚੀ ਫਿਰ ਡਾਕਟਰ ਕੋਲ ਲਿਜਾਈ ਗਈ। ਉੱਥੇ ਡਾਕਟਰਸ ਨੇ ਵੀ ਹਾਲੇ ਕਲੀਅਰ ਕੱਟ ਰਿਪੋਰਟ ਨਹੀਂ ਦਿੱਤੀ। ਡਾਊਟਫੁਲ ਉਹਨਾਂ ਨੇ ਲਿਖ ਦਿੱਤਾ ਵੀ ਸ਼ਾਇਦ ਵਾਇਓਲੇਸ਼ਨ ਹੋਈ ਹੈ। ਵਾਇਓਲੇਸ਼ਨ ਦੇ ਵਿੱਚ ਉਹਨਾਂ ਨੂੰ ਤਾਂ ਡਾਊਟ ਸੀ ਕਿਉਂਕਿ ਬੱਚੀ ਦੇ ਅੰਦਰੂਨੀ ਅੰਗਾਂ ਨਾਲ ਛੇੜਛਾੜ ਹੋਈ ਲੱਗਦੀ ਸੀ, ਜਿੱਥੇ ਐਬਰੇਸ਼ਨਸ ਸਨ। ਸੋ ਇਸ ਤਰ੍ਹਾਂ ਦੀ ਅਜੇ ਯਾਨੀ ਅੱਧ ਪਚੱਧ ਸਾਨੂੰ ਕੇਸ ਜੋ ਸਾਹਮਣੇ ਆਇਆ, ਇਹ ਕੋਈ ਪਹਿਲਾ ਕੇਸ ਨਹੀਂ। ਇਹੋ ਜਿਹੇ ਅਨੇਕ ਕੇਸ ਨੇ ਜਿੱਥੇ ਬੱਚੀਆਂ ਇਸੇ ਉਮਰ ਦੀਆਂ ਇੱਕ ਨਹੀਂ 2-2 3-3 ਜਾਂ 4-4 ਲੋਕਾਂ ਵੱਲੋਂ ਵੀ ਉਹਨਾਂ ਦੀ ਵਾਇਓਲੇਸ਼ਨ ਵੀ ਹੋਈ ਹੈ। ਉਹਨਾਂ ਦੀ ਬੜੇ ਬੇਰਹਿਮੀ ਨਾਲ ਉਹਨਾਂ ਨੂੰ ਕਤਲ ਵੀ ਕੀਤਾ ਗਿਆ, ਅਤੇ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹਨਾਂ ਦੇ ਨਾਲ ਕੋਈ ਭਿਆਨਕ ਜੁਰਮ ਹੋਇਆ। ਉਹਨੂੰ ਯਾਨੀ ਸਾਰੇ ਸਬੂਤ ਮਿਟਾਉਣ ਦੇ ਵਾਸਤੇ ਬੱਚੀਆਂ ਡੁਬੋਈਆਂ ਵੀ ਗਈਆਂ, ਸੁੱਟੀਆਂ ਵੀ ਗਈਆਂ, ਸਾੜੀਆਂ ਵੀ ਗਈਆਂ, ਦੱਬੀਆਂ ਵੀ ਗਈਆਂ। ਕਈ ਸੀ ਜਿਨ੍ਹਾਂ ਦੇ ਅੰਗ ਵੱਢ ਕੇ ਵੱਖੋ ਵੱਖਰੀਆਂ ਥਾਵਾਂ ਤੋਂ ਮਿਲੇ। ਕੋਈ ਇੱਕ ਖੇਤ ਵਿੱਚ ਸੁੱਟਿਆ ਹੋਇਆ, ਕੋਈ ਅਗਲੀ ਖੇਤ ਵਿੱਚ ਉਹਦੀ ਬਾਂਹ ਮਿਲੀ, ਕਿਤੇ ਸਿਰ ਪਿਆ, ਇਸ ਹਾਲਤ ਵਿੱਚ ਵੀ ਮਿਲੀਆਂ। ਪਰ ਇਹ ਭਿਆਨਕ ਤਰੀਕੇ ਦੇ ਜੋ ਨਾਬਾਲਗ ਬੱਚੀਆਂ ਦੀਆਂ ਸੈਕਸੁਅਲ ਵਾਇਓਲੇਸ਼ਨ ਅਤੇ ਜਿਹੜਾ ਉਹਨਾਂ ਨੂੰ ਮਾਰਨਾ ਇਸ ਵੇਲੇ ਸ਼ਾਮਲ ਹੋ ਚੁੱਕਾ ਹੈ ਕਿ ਆਪਣਾ ਕੋਈ ਸਬੂਤ ਨਾ ਛੱਡਣਾ, ਇਹ ਬਹੁਤ ਜ਼ਿਆਦਾ ਭਿਆਨਕ ਵਰਤਾਰਾ ਜੇ ਪਿਛਾਂ ਦੇਖੀਏ ਤਾਂ ਇੱਕ ਔਰਤ ਮੈਂ ਜ਼ਿਕਰ ਕੀਤਾ, ਬੱਚੀ ਨਹੀਂ, ਔਰਤ ਨਾਲ ਅਜਿਹਾ ਹੋਣਾ ਕਾਫੀ ਆਮ ਸੀ, ਜਿਹਦੇ ਵਿੱਚ ਉਸ ਨੂੰ ਭੰਡਣਾ ਜਾਂ ਪਬਲਿਕਲੀ ਨਿਰਵਸਤਰ ਕਰਕੇ ਘੁਮਾਉਣਾ, ਉਹਨੂੰ ਜ਼ਲੀਲ ਕਰਨਾ, ਜਾਂ ਇੱਕ ਦੂਜੇ ਦੇ ਨਾਲ ਦੁਸ਼ਮਣੀ ਔਰਤ ਦੇ ਉੱਤੇ ਕੱਢ ਕੇ ਉਹਦੇ ਰਾਹੀਂ ਉਸ ਟੱਬਰ ਨੂੰ ਜ਼ਲੀਲ ਕਰਨਾ, ਇਹ ਆਮ ਘਟਨਾਵਾਂ ਸਨ। ਜੰਗਾਂ ਵਿੱਚ ਹੋਣਾ ਜਾਂ ਕਿਸੇ ਵੀ ਥਾਂ 'ਤੇ ਜਿੱਥੇ ਕਿਤੇ ਕੋਈ ਲੜਾਈ ਹੋਣੀ, ਔਰਤ ਦੱਬ ਲਈ ਜਾਂਦੀ ਸੀ। ਪਰ ਇਹ ਵਰਤਾਰਾ ਕੁਝ ਵੱਖ ਤਰ੍ਹਾਂ ਸਾਹਮਣੇ ਆ ਰਿਹਾ ਜਿੱਥੇ ਘਰਾਂ ਵਿੱਚ ਤਾਂ ਇਹ ਬੱਚੀਆਂ ਬੜੇ ਚਿਰਾਂ ਤੋਂ, ਜੋ ਸਾਡੇ ਕੋਲ ਰਿਪੋਰਟਸ ਨੇ, ਇਹਨਾਂ ਦੀ ਵਾਇਓਲੇਸ਼ਨ ਹੁੰਦੀ ਰਹੀ ਹੈ ਪਿਤਾ ਵੱਲੋਂ ਵੀ, ਅਤੇ ਉਹ ਯੂਨੀਵਰਸਲ ਅਰਜਨਟੀਨਾ 'ਚ ਵੀ ਹੋਈ, ਇੰਗਲੈਂਡ ਵਿੱਚ ਵੀ ਕੇਸ ਆਇਆ ਸੀ ਸਾਹਮਣੇ, ਅਮਰੀਕਾ ਵਿੱਚ ਅਨੇਕ ਕੇਸ ਆ ਚੁੱਕੇ ਨੇ, ਅਫਗਾਨਿਸਤਾਨ 'ਚ ਵੀ ਆ ਚੁੱਕਾ ਸੀ ਜਿਹਨੂੰ ਬੇਹੈਡ ਕਰ ਦਿੱਤਾ। ਯਾਨੀ ਇਹੋ ਜਿਹੇ ਇੱਕ ਨਹੀਂ ਅਨੇਕ ਕੇਸ ਨੇ ਜਿਹੜੇ ਸਾਰੇ ਮੁਲਕਾਂ ਵਿੱਚ ਲੱਭਦੇ ਨੇ। ਪਰ ਸਮੂਹਕ ਬਲਾਤਕਾਰ ਨਿੱਕੀਆਂ ਬੱਚੀਆਂ ਦਾ
ਇਹ ਵਰਤਾਰਾ ਵਾਕਈ ਭਿਆਨਕ ਹੈ। ਪਰ ਡਾਕਟਰ ਸਾਹਿਬ ਗੱਲ ਇਹ ਹੈ ਵੀ ਜਦੋਂ ਅਸੀਂ ਇਹ ਚੀਜ਼ਾਂ ਸੁਣਦੇ ਹਾਂ, ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਜਿੱਥੇ ਮਾਫ਼ ਕਰਨਾ ਲੀਡਰਾਂ ਦੇ ਨਾਲ ਤਾਂ 50-50 ਗਨਮੈਨ ਅਤੇ ਉਹਨਾਂ ਦੀ ਸੁਰੱਖਿਆ ਵਾਸਤੇ ਆਹ ਕੁਝ ਹੁੰਦਾ ਹੈ, ਜਿਹੜਾ ਸਕੂਲ ਬੱਸ ਹੈ ਕਿ ਉਹਦੇ ਲਈ ਸੁਰੱਖਿਆ, ਉਹਦੀ ਸੇਫਟੀ ਲਈ ਕੋਈ ਇਹੋ ਜਿਹਾ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਜਿਹੜੀਆਂ ਬੱਚੀਆਂ ਘਰਾਂ ਤੋਂ ਸਕੂਲ ਦੇ ਵਿੱਚ, ਸਕੂਲ ਤੱਕ ਪਹੁੰਚਦੀਆਂ, ਸਕੂਲ ਤੋਂ ਘਰ ਦੇ ਵਿੱਚ ਐਨ ਸੇਫ ਪਹੁੰਚਣ, ਸੁਰੱਖਿਅਤ ਹੋਣ। ਅਤੇ ਜੇ ਨਹੀਂ ਇਹ ਹੋ ਰਿਹਾ ਅਤੇ ਸਾਡੀ ਸਿਕਿਉਰਿਟੀ, ਅਸੀਂ ਜੀ ਬੜੀ ਟਾਈਟ ਸਿਕਿਉਰਿਟੀ ਹੈ, ਉਹਦਾ ਤਾਂ ਇੱਕ ਦਿਖਾਵਾ ਜਿਹਾ ਬਾਹਰਲੇ ਪਾਸੇ ਹੈਗਾ, ਅਤੇ ਉਹ ਬੱਚਿਆਂ ਲਈ ਜਿੱਥੇ ਜਿਹੜੀ ਮੈਂ ਕਹਿਣਾ ਇਹ ਚਾਹੁੰਦਾ ਜਿੱਥੇ ਸਿਕਿਉਰਿਟੀ ਹੋਣੀ ਚਾਹੀਦੀ ਹੈ ਉਹ ਨਹੀਂ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹੋ ਜਿਹੇ ਕੇਸਿਸ ਸਗੋਂ ਸਾਨੂੰ ਜਿਹੜੇ ਮਾਂ ਪਿਓ ਆਪਣੇ ਛੱਡਦੇ ਨੇ ਬੱਚੇ ਕਿ ਅਸੀਂ ਸੁਰੱਖਿਅਤ ਥਾਂ 'ਤੇ ਭੇਜ ਰਹੇ ਹਾਂ, ਉਹ ਹੌਲੀ ਹੌਲੀ ਇਹਦਾ ਅਸਰ ਉਹਨਾਂ 'ਤੇ ਸਾਰਿਆਂ 'ਤੇ ਪੈਣਾ, ਕਿਉਂਕਿ ਹਰ ਮਾਂ ਜਾਂ ਪਿਓ ਉਹਦੇ ਮਨ ਵਿੱਚ ਇੱਕ ਡਰ ਜਾਗ ਜਾਣਾ ਕਿ ਅਸੀਂ ਆਪਣੀ ਬੱਚੀ ਜੇ ਸਕੂਲਾਂ ਵਿੱਚ ਭੇਜ ਰਹੇ ਹਾਂ ਕਿ ਉੱਥੇ ਸੁਰੱਖਿਅਤ ਹੈ ਵੀ, ਕਿਉਂਕਿ ਕੇਸਿਸ ਇਹ ਜਿਹੇ ਆ ਚੁੱਕੇ ਜਿੱਥੇ ਚਪੜਾਸੀ ਸਕੂਲ ਦਾ ਜਾਂ ਈਵਨ ਟੀਚਰ ਨੇ ਵੀ ਇਸ ਤਰ੍ਹਾਂ ਦੀ ਵਾਇਓਲੇਸ਼ਨ ਕੀਤੀ ਹੈ। ਇਹਨਾਂ ਕੇਸਿਸ ਵਿੱਚ ਅਸਲ 'ਚ ਹਰ ਥਾਈਂ ਇਸ ਵੇਲੇ ਜੋ ਕੈਮਰਾਜ਼ ਹੋਣੇ ਜ਼ਰੂਰੀ ਨੇ, ਪਹਿਲੀ ਇੰਪੋਰਟੈਂਟ ਚੀਜ਼। ਦੂਸਰੀ, ਜੇ ਇੱਕ ਸਦਾਚਾਰਕ ਸਿੱਖਿਆ ਜੋ ਹਮੇਸ਼ਾ ਸਕੂਲਾਂ ਵਿੱਚ ਅੱਗੇ ਹੁੰਦੀ ਸੀ, ਅਸੀਂ ਉਹ ਭੁਲਾ ਦਿੱਤੀ। ਇੱਕ ਮੈਨਰਜ਼ ਸਿਖਾਉਣੇ ਜਾਂ ਇੱਕ ਦੂਜੇ ਪ੍ਰਤੀ ਇੱਜ਼ਤ, ਵੱਡਿਆਂ ਦੀ ਇੱਜ਼ਤ ਕਰਨੀ, ਇਹ ਸਾਰਾ ਕੁਝ ਅਸੀਂ ਗਾਇਬ ਕਰ ਦਿੱਤਾ ਹੈ ਹੀ ਨਹੀਂ, ਇਹਨੂੰ ਅਸੀਂ ਇੰਪੋਰਟੈਂਸ ਦੇਣੀ ਛੱਡ ਗਏ ਹਾਂ। ਇਹਨਾਂ ਮੁਲਕਾਂ ਵਿੱਚ ਤੁਸੀਂ ਦੇਖਿਆ ਹੋਵੇਗਾ ਹਰ ਬੱਚੇ ਨੂੰ ਪਤਾ ਹੈ ਮੈਂ ਦੂਜੇ ਦੀ ਇੱਜ਼ਤ ਕਿਵੇਂ ਕਰਨੀ ਹੈ, ਕਿਸੇ ਨੂੰ ਗ੍ਰੀਟ ਕਿਵੇਂ ਕਰਨਾ ਹੈ। ਇਹ ਚੀਜ਼ਾਂ ਸਾਡੇ ਸੌਖੀਆਂ ਹੀ ਮਨ ਵਿੱਚ ਆ ਜਾਣਾ, ਦੂਜੇ ਦਾ ਹੱਕ ਨਹੀਂ ਮਾਰਨਾ, ਇਹ ਸਿਖਾ ਦਿੱਤਾ ਜਾਂਦਾ। ਸਾਡੇ ਸਕੂਲਾਂ ਵਿੱਚ ਸਿਰਫ ਅਸੀਂ ਡਾਕਟਰ ਇੰਜੀਨੀਅਰ ਕੱਢਦੇ ਹਾਂ, ਪੈਸੇ ਕਿਵੇਂ ਕਮਾਉਣੇ ਨੇ, ਇਨਸਾਨ ਨਹੀਂ ਬਣਾਉਂਦੇ। ਇਸੇ ਕਰਕੇ ਇਹ ਤਬਦੀਲੀ ਹੌਲੀ ਹੌਲੀ ਜਿਨ੍ਹਾਂ ਘਰਾਂ ਵਿੱਚੋਂ ਸ਼ੁਰੂ ਹੋ ਰਹੀ ਜੇ, ਬਹੁਤੇ ਉਹ ਕੇਸ ਆਪ ਵਾਇਓਲੇਟ ਹੋਏ ਹੁੰਦੇ ਜੇ, ਜਿੰਨੇ ਸੀਰੀਅਲ ਰੇਪਿਸਟਸ ਜਾਂ ਜਿੰਨੇ ਇਹ ਕਤਲ ਕਰਨ ਵਾਲੇ ਨੇ, ਜਦੋਂ ਉਹਨਾਂ ਦਾ ਪਿਛੋਕੜ ਵੇਖਿਆ ਜਾਏ ਤਾਂ ਬਚਪਨ ਵਿੱਚ ਉਹ ਆਪ ਮੰਨਦੇ ਨੇ ਸਾਡੀ ਵੀ ਵਾਇਓਲੇਸ਼ਨ ਹੋਈ ਸੀ, ਭਾਵੇਂ ਉਹ ਮੇਲ ਹੈ ਤੇ ਭਾਵੇਂ ਕੋਈ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਉਹ ਅੱਗੋਂ ਆਪਣਾ ਯਾਨੀ ਗੁੱਸਾ ਇੱਕ ਤਰੀਕੇ ਸਮਾਜ ਪ੍ਰਤੀ ਲਾਉਣ ਲੱਗ ਜਾਂਦੇ ਨੇ। ਉਹਨਾਂ ਦੀ ਸਾਈਕੋਲੋਜਿਕਲੀ ਕੋਈ ਟਰੀਟਮੈਂਟ ਕੋਈ ਸਾਈਕੈਟਰਿਸਟ ਕੋਲੋਂ ਹੋਈ ਨਹੀਂ ਹੁੰਦੀ। ਅਸੀਂ ਇੱਕ ਬੰਬ, ਖੁੱਲੇ ਮਨੁੱਖੀ ਬੰਬ ਤੋੜ ਛੱਡੇ ਨੇ, ਜਿਨ੍ਹਾਂ ਦਾ ਨਾ ਤਾਂ ਕੋਈ ਅਸੀਂ ਇਹ ਸਿਸਟਮ ਰੱਖਿਆ ਕਿ ਉਹ ਡਾਇਗਨੋਜ਼ ਕੀਤੇ ਜਾਣ। ਇਹੋ ਜਿਹੇ ਵਾਇਓਲੇਟਿਡ ਬੱਚੇ ਜੋ ਮੇਲ ਨੇ ਜਿਹੜੇ ਘਰਾਂ ਦੇ ਵਿੱਚ, ਉਹਨਾਂ ਨੂੰ ਨਾ ਅਸੀਂ ਉਜਾਗਰ ਕਰ ਰਹੇ ਹਾਂ, ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਸਾਡੇ ਕੋਲ ਰਜਿੰਦਰਾ ਹਸਪੀਟਲ ਵਿੱਚ ਕੇਸ ਦਾਖਲ ਸੀ, ਜੋ ਰਿਟਾਇਰਡ DSP ਸੀ ਦਾਦਾ, ਜਿਸ ਨੇ ਆਪਣੇ ਦੋਨੋਂ ਪੋਤਿਆਂ ਨੂੰ ਇਸ ਤਰ੍ਹਾਂ ਵਾਇਓਲੇਟ ਕੀਤਾ ਹੋਇਆ ਸੀ, ਉਹ ਦਾਖਲ ਵੀ ਹੋਏ ਦੋਨੋਂ। ਯਾਨੀ ਇਹ ਕੇਸ ਕੋਈ ਅਜਿਹੇ ਨਹੀਂ ਕਿ ਇੱਕ ਅੱਧ ਹੋਵੇ, ਬਹੁਤ ਆਮ ਨੇ, ਪਰ ਇਹਨਾਂ ਬੱਚਿਆਂ ਦੀ ਟਰੀਟਮੈਂਟ ਨਹੀਂ ਹੋ ਰਹੀ। ਉਹਦਾ ਨਤੀਜਾ ਜੇ ਵੱਡੇ ਹੋ ਕੇ ਇਹ ਬਦਲਾ ਲਊ ਨੀਤੀ ਨਾਲ ਵਾਪਸ ਇਸੇ ਤਰ੍ਹਾਂ ਸਮਾਜ ਵਿੱਚ ਅਟੈਕ ਕਰ ਰਹੇ ਨੇ। ਮੈਂ ਇੱਥੇ ਦੀ ਥੋੜ੍ਹੀ ਕੰਪੇਅਰ ਕਰਾਂ ਗੱਲ ਕਿ ਜੇ ਫਰਜ਼ ਕਰੋ ਕੋਈ ਇਹੋ ਜਿਹੀ ਸ਼ਕਲ ਦਾ ਬੰਦਾ ਜਾਂ ਕੋਈ ਜਿਹਦੇ ਅੰਦਰ ਕੋਈ ਇਹੋ ਜਿਹੀ ਗੰਦਗੀ ਹੈ, ਉਹ ਸਕੂਲ ਦੇ ਆਲੇ ਦੁਆਲੇ ਤੁਰਿਆ ਫਿਰਿਆ ਦਿਸੇ, ਜਾਂ ਫਿਰ ਉਹਦੀ ਰਿਪੀਟਡ ਵਿਜ਼ਿਟਸ ਸਕੂਲ ਦੇ ਸਾਹਮਣੇ ਆਉਂਦੇ ਨੇ, ਅਤੇ ਸਕੂਲ ਡਿਊਟੀ ਆਪਣੀ ਇਹ ਸਮਝਦਾ ਵੀ ਪੇਰੈਂਟਸ ਨੂੰ ਵਾਰਨ ਕਰੇ, ਚਿੱਠੀਆਂ ਘਰ ਭੇਜ ਦਿੰਦੇ ਨੇ ਵੀ ਬੱਚਿਆਂ ਦਾ ਖਿਆਲ ਰੱਖਿਓ, ਤੁਸੀਂ ਆਪ ਆਇਓ, ਕਿ ਹੁਣ ਟੀਚਰ ਤਾਂ ਬਾਹਰ ਨਹੀਂ ਨਾ ਆ ਸਕਦੇ। ਦੂਸਰੇ ਪਾਸੇ ਪੁਲਿਸ ਨੂੰ ਵੀ ਰਿਪੋਰਟ ਕਰਨ ਦੀ, ਪੁਲਿਸ ਦੀ ਕਾਰ ਵੀ ਉੱਥੇ ਘੁੰਮਣੀ ਸ਼ੁਰੂ ਹੋ ਜਾਂਦੀ ਵੀ ਕੌਣ ਹੈ, ਪਤਾ ਲੱਗੇ ਕਿੱਦਾਂ ਹੈ। ਪਰ ਘੱਟੋ ਘੱਟ ਇਹ ਤਾਂ ਹੈ ਵੀ ਉਹਨੂੰ ਪ੍ਰੀਵੈਂਟ ਕਰਨ ਦੇ ਲਈ ਉਹ ਸਟੈਪ ਚੱਕੇ ਜਾਂਦੇ ਨੇ। ਬਿਲਕੁਲ, ਸਾਡੇ ਪ੍ਰੀਵੈਂਟਿਵ ਤਾਂ ਕੁਛ ਜ਼ਿਕਰ ਹੀ ਕਰਨਾ ਫਜ਼ੂਲ ਹੈ ਹੀ ਕੁਝ ਨਹੀਂ। ਪ੍ਰੀਵੈਂਸ਼ਨ ਤਾਂ ਨਾ ਬਿਮਾਰੀ ਪੱਖੋਂ ਤੇ ਨਾ ਇਹੋ ਜਿਹੇ ਕਿਸੇ ਵੀ ਕੰਮ ਪੱਖੋਂ ਪ੍ਰੀਵੈਂਸ਼ਨ ਸਾਡੇ ਹੈ ਹੀ ਨਹੀਂ। ਮੁਸੀਬਤ ਇਹ ਹੈ ਕਿ ਜਦੋਂ ਕ੍ਰਾਈਮ ਹੋ ਜਾਂਦਾ ਜੇ, ਉਸ ਤੋਂ ਬਾਅਦ ਸਾਡੀ ਤਾਂ ਰਿਪੋਰਟ ਦਰਜ ਕਰਨ ਲੱਗਿਆਂ ਵੀ ਜੁੱਤੀਆਂ ਘਸ ਜਾਂਦੀਆਂ ਨੇ, ਤੇ ਜੇ ਮੀਡੀਆ ਦੇ ਨਜ਼ਰੀਂ ਆ ਕੇ ਰਿਪੋਰਟ ਦਰਜ ਹੋ ਵੀ ਜਾਂਦੀ ਜੇ, ਉਹ ਇਸ ਕਦਰ ਘੜੀਸ ਕੇ ਸਾਨੂੰ ਪਹੁੰਚਦੇ ਹਾਂ ਅਸੀਂ ਕੋਰਟਾਂ ਤੱਕ ਕਿ ਅੱਗੋਂ ਫਿਰ 20-25 ਸਾਲ ਕੇਸ ਲਟਕਦੇ ਕਿ ਬੰਦਾ ਮਰ ਜਾਂਦਾ, ਪਰ ਨਿਆਂ ਬਿਲਕੁਲ ਨਹੀਂ ਕਿਸੇ ਥਾਂ ਤੇ ਮਿਲਦਾ। ਪਰ ਇਹਦੇ 'ਚ ਮੈਂ ਇੱਕ ਹੋਰ ਗੱਲ ਨੂੰ ਨਾਲ ਜਮ੍ਹਾਂ ਕਰਨਾ ਚਾਹੁੰਦਾ। ਉਹ ਗੱਲ ਇਹ ਹੈ ਕਿ ਤੁਹਾਡੇ ਜਿਹੜੇ ਲੈਕਚਰ ਇੰਗਲੈਂਡ ਦੇ ਵਿੱਚ ਤੁਸੀਂ ਇਹ 8-9 ਦਿਨਾਂ ਦੇ ਵਿੱਚ ਕੀਤੇ ਹੈ, ਉੱਥੇ 1-2 ਪੁਆਇੰਟ ਕੁਝ ਪ੍ਰਬੰਧਕਾਂ ਵੱਲੋਂ, ਸੈਕਟਰੀ ਜਿਹੜੇ ਸਟੇਟ ਸੈਕਟਰੀ ਸੀ ਉਹਨਾਂ ਵੱਲੋਂ ਆਏ, ਅਤੇ ਮੈਂ ਬੜਾ ਪ੍ਰਭਾਵਿਤ ਹੋਇਆ ਉਹਨਾਂ ਗੱਲਾਂ ਤੋਂ।
ਉਹ ਇਹ ਸੀ ਵੀ ਡਾਕਟਰ ਹਰਸ਼ਿੰਦਰ ਕੌਰ ਤਾਂ ਇਹ ਗੱਲ ਚੱਕ ਰਹੀ ਹੈ, ਇਹ ਗੱਲ ਕਹਿ ਰਹੀ ਹੈ ਵੀ ਆਹ ਕੁਝ ਹੋ ਰਿਹਾ। ਜਿਹੜੇ ਸਾਡੇ ਪ੍ਰਚਾਰਕ ਨੇ ਇਹ ਤੇ ਜ਼ਰੂਰ ਕਹਿ ਦਿੰਦੇ ਸੋ ਕੋ ਮੰਦਾ ਆਖੇ ਜੀ ਔਰਤ ਨੂੰ ਬਰਾਬਰ ਦਾ ਦਰਜਾ ਤੇ ਉਹ ਕੁਛ ਹੈਗਾ। ਮੈਂ ਜਿਸ ਪੁਆਇੰਟ ਤੇ ਇਹ ਗੱਲ ਕਰਨੀ ਚਾਹੁੰਦਾ ਵੀ ਉਹ ਮੈਂ ਪ੍ਰਬੰਧਕਾਂ ਦਾ ਉਹਨਾਂ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪੁਆਇੰਟ ਨੂੰ ਲਿਆ ਵੀ ਜਿਹੜੇ ਪ੍ਰਚਾਰਕ ਨੇ, ਜਿਹੜੇ ਕੀਰਤਨੀਏ ਨੇ, ਕਿ ਉਹਨਾਂ ਦਾ ਫਰਜ਼ ਨਹੀਂ ਇਹ ਬਣ ਜਾਂਦਾ ਕਿ ਉਹ ਵੀ ਇਸ ਗੱਲ ਦੇ ਉੱਤੇ ਉਹ ਸਿਰਫ ਇਹੀ ਹੈ ਕੋਈ ਕੁਛ ਇਹੋ ਜਿਹੀਆਂ ਸਾਖੀਆਂ ਇਮੋਸ਼ਨਲ ਸੁਣਾਉਂਦੇ ਨੇ ਜਾਂ ਕਿੱਦਾਂ। ਚਲੋ ਠੀਕ ਹੈ, ਉਹਨਾਂ ਨੇ ਵੀ ਰੋਟੀ ਖਾਣੀ ਹੈ, ਉਹਨਾਂ ਨੂੰ ਵੀ ਪੈਸੇ ਚਾਹੀਦੇ। ਮੈਂ ਇਸ ਚੀਜ਼ ਦੇ ਖਿਲਾਫ ਨਹੀਂ, ਨਾ ਮੈਂ ਉਹਨਾਂ ਦੇ ਇਸ ਗੱਲੋਂ ਖਿਲਾਫ ਬੋਲ ਰਿਹਾ, ਮੈਂ ਖਿਲਾਫ ਨਹੀਂ ਬੋਲ ਰਿਹਾ। ਮੈਂ ਇਹ ਗੱਲ ਕਰ ਰਿਹਾ ਹੈਗਾ ਵੀ ਜੇ ਇਸ ਪੱਧਰ ਦੀ ਗੱਲ ਉਹਨਾਂ ਨੂੰ ਵੀ ਤਾਂ ਪਤਾ ਹੈ ਵੀ ਭਰੂਣ ਹੱਤਿਆ ਹੋ ਰਹੀ ਹੈ, ਉਹਨਾਂ ਨੂੰ ਵੀ ਤਾਂ ਪਤਾ ਰੇਪ ਹੋ ਰਹੇ ਨੇ, ਉਹਨਾਂ ਨੂੰ ਵੀ ਤਾਂ ਪਤਾ ਘਰਾਂ ਦੇ ਵਿੱਚ ਔਰਤ ਦੇ ਉੱਤੇ ਡੋਮੈਸਟਿਕ ਵਾਇਲੈਂਸ ਜਾਂ ਤਸ਼ੱਦਦ ਹੋ ਰਹੇ ਨੇ। ਕਿਉਂ ਨਹੀਂ ਉਹ ਆਵਾਜ਼ ਉਠਾਉਂਦੇ? ਕਿਉਂ ਨਹੀਂ ਉਹ ਇਸ ਚੀਜ਼ ਤੋਂ ਡਰਦੇ ਨੇ ਵੀ ਹਾਂ ਜੀ ਵੀ ਮੈਂ ਸਟੇਜ 'ਤੇ ਜੇ ਬੋਲ ਦਿੱਤਾ ਤਾਂ ਮੈਨੂੰ ਕੁਝ ਹੋ ਜਾਏਗਾ? ਦੋ ਤਰੀਕੇ ਹੁੰਦੇ ਜੇ। ਇੱਕ ਹੁੰਦਾ ਜੇ ਜੋ ਅਸੀਂ ਟ੍ਰੇਨਿੰਗ ਦੇ ਰਹੇ ਹਾਂ, ਜਿਸ ਥਾਂ ਤੋਂ ਸਿੱਖ ਕੇ ਕੋਈ ਅਜਿਹੇ ਰਾਗੀ ਜਾਂ ਤਿਆਰ ਹੋ ਰਹੇ ਨੇ ਜੋ ਜਿਨ੍ਹਾਂ ਨੇ ਅੱਗੋਂ ਸਪੀਚਿਸ ਦੇਣੀਆਂ ਹੁੰਦੀਆਂ ਗੁਰੂ ਘਰਾਂ ਵਿੱਚ, ਕਿ ਉਹਨਾਂ ਨੂੰ ਕਿਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਗਈ। ਦੂਸਰਾ ਹੁੰਦਾ ਜੇ ਕਿ ਉਹਨਾਂ ਨੇ ਕਿਸ ਪੱਧਰ ਤੱਕ ਆਪਣੀ ਜਾਣਕਾਰੀ ਆਪ ਹਾਸਲ ਕੀਤੀ ਜੇ। ਤੀਸਰੀ ਚੀਜ਼ ਹੁੰਦਾ ਹੈ ਕਿ ਉਹਨਾਂ ਦਾ ਕੀ ਸਮਾਜਿਕ ਮੁੱਦਿਆਂ ਵੱਲ ਕੋਈ ਧਿਆਨ ਹੈ ਵੀ। ਯਾਨੀ ਆਪਣਾ ਤੁਸੀਂ ਸੋਚ ਨੂੰ ਕਿਸ ਪੱਧਰ ਤੱਕ ਵਿਸ਼ਾਲ ਕਰਨਾ, ਇਹ ਤੁਹਾਡੇ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਗਿਆਨਵਾਨ ਬਣਨਾ ਚਾਹੁੰਦੇ ਹੋ ਜਾਂ ਟਿਊਬਲਾਈਟ ਵਾਂਗ ਸਿਰਫ ਉੱਥੇ ਤੱਕ ਸੀਮਤ ਹੋ, ਮੇਰਾ ਇੱਥੇ ਤੱਕ ਹੀ ਕੰਮ ਚੱਲਦਾ, ਮੈਂ ਇਸ ਤੋਂ ਅਗਾਂਹ ਜਾਣਾ ਨਹੀਂ। ਪਰ ਇਹ ਨਤੀਜਾ ਮਾਰੋ ਇਸ ਕਰਕੇ ਹੋ ਜਾਣਾ ਜੇ ਅੱਜ ਅਸੀਂ ਸੰਗਤ ਇਮੋਸ਼ਨਲੀ ਜੋੜ ਸਕਦੇ ਹਾਂ। ਬਹੁਤ ਵੱਡੀ ਗਿਣਤੀ ਇਹ ਵੀ ਜੇ ਜਿਨ੍ਹਾਂ ਨੂੰ ਸ਼ਾਇਦ ਗੁਰੂਆਂ ਸਾਰਿਆਂ ਦੇ ਨਾਮ ਵੀ ਨਹੀਂ ਪਤਾ। ਨੌਜਵਾਨ ਪੀੜ੍ਹੀ ਜੋ ਸਾਡੇ ਇਸ ਵੇਲੇ ਜੁੜ ਨਹੀਂ ਰਹੀ, ਉਹ ਸ਼ਾਇਦ ਇਹ ਕਹਾਣੀਆਂ ਨਾਲ ਜਾਂ ਇਹਨਾਂ ਇਮੋਸ਼ਨਲ ਗੱਲਾਂ ਨਾਲ ਬਹੁਤੀ ਦੇਰ ਤੱਕ ਜੋੜੀ ਨਾ ਜਾ ਸਕੇ ਕਿਉਂਕਿ ਉਹਨਾਂ ਨੂੰ ਇਹਦੇ ਵਿੱਚ ਅੱਗੋਂ ਪ੍ਰੈਕਟੀਕੈਲਿਟੀ ਨਹੀਂ ਦਿਸ ਰਹੀ। ਬਹੁਤ ਵਧੀਆ ਪੁਆਇੰਟ। ਹਾਂਜੀ, ਅਸੀਂ ਧਰਮ ਨੂੰ ਸੀਮਤ ਕਰ ਦਿੱਤਾ, ਜਿਵੇਂ ਇੱਕ ਕਲੌਕ ਖੜੀ ਹੋ ਗਈ ਹੈ ਉੱਥੇ ਤੱਕ, ਬਸ ਉਸ ਤੋਂ ਅਗਾਂਹ ਨਹੀਂ ਤੋਰ ਰਹੇ ਕਿ ਇਹ ਧਰਮ ਨਹੀਂ ਹੈ। ਇਹਨੂੰ ਲਾਗੂ ਕਿਵੇਂ ਅੱਜ ਦੇ ਦਿਨ ਵਿੱਚ ਕਰੀਏ, ਸਿਰਫ ਇਸ ਚੀਜ਼ ਨੂੰ ਕਨਵਰਸ਼ਨ ਨਹੀਂ ਉਹਨਾਂ ਨੂੰ ਕਰਨੀ ਆ ਰਹੀ ਕਿ ਅਸੀਂ ਉਹਨੂੰ ਪ੍ਰੈਕਟੀਕਲ ਕਿਵੇਂ ਬਣਾਈਏ। ਤੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਪ੍ਰੈਕਟੀਕਲ ਜੇ। ਉਹ ਚਾਹੁੰਦੀ ਜੇ ਕਿ ਸਾਨੂੰ ਜਿੰਨਾ ਕੁ ਅਸੀਂ ਜੋ ਦੇਖ ਰਹੇ ਹਾਂ ਚੁਫੇਰੇ ਕਿ ਅਗਾਂਹ ਅਸੀਂ ਵੱਧ ਰਹੇ ਹਾਂ, ਸਾਇੰਸ ਵਜੋਂ ਵੀ ਤਰੱਕੀ ਹੋ ਰਹੀ ਹੈ ਹਰ ਪਾਸਿਓਂ, ਤਾਂ ਉਹਨੂੰ ਪਿੱਛੇ ਜੋ ਵਾਪਰ ਗਿਆ, ਜੋ ਅੱਜ ਦੀ ਸਦੀ ਦੇ ਵਿੱਚ ਜੰਮ ਪਈ ਹੈ, ਉਹਨੇ ਕੀ ਲੈਣਾ ਵੀ ਮੈਂ 16ਵੀਂ ਸਦੀ ਤੋਂ ਕਰਨਾ ਕੀ ਹੈ, ਮੈਨੂੰ ਅੱਜ ਦੀ ਕਮਾਈ ਦੱਸੋ ਮੇਰੀ ਠੀਕ ਹੋ ਰਹੀ ਹੈ, ਆਹ ਪ੍ਰੋਬਲਮ ਮੇਰੀ ਅੱਜ ਦੀ ਹੈ, ਇਹ ਧਰਮ ਸੌਰਟ ਆਊਟ ਕਰ ਸਕਦਾ ਕਿ ਨਹੀਂ? ਜੇ ਨਹੀਂ ਤਾਂ ਫਿਰ ਮੈਨੂੰ ਕੋਈ ਲੋੜ ਨਹੀਂ, ਵਾਈ ਸ਼ੁੱਡ ਆਈ ਨੀਡ ਇਟ। ਉਹ ਜੇ ਨਹੀਂ ਜੋੜਦੇ ਰਵਾਂਗੇ ਤਾਂ ਯਕੀਨਨ ਇਹਨਾਂ ਦੀ ਲੋੜ ਹੌਲੀ ਹੌਲੀ ਘਟ ਜਾਣੀ ਜੇ। ਸਮਝ ਆ ਜਾਣੀ ਚਾਹੀਦੀ ਅੱਜ ਦੇ ਦਿਨ ਕਿ ਇਹਨੂੰ ਅਸੀਂ ਸਿੱਖ ਲਿਆ ਜੋ ਹੋਇਆ, ਪਰ ਆਓ ਅੱਜ ਦੇ ਮੁੱਦੇ ਚੁੱਕੀਏ, ਉਹਨਾਂ ਨੂੰ ਜੋੜੀਏ ਤੇ ਹੱਲ ਲੱਭੀਏ ਉਹਦੇ ਰਾਹੀਂ ਕਿਵੇਂ ਠੀਕ ਕਰ ਸਕਦੇ। ਹੁਣ ਦੇਖੋ ਕਿਹਾ ਤਾਂ ਜਾਂਦਾ ਹੈਗਾ ਵੀ ਮੈਂ ਬਹੁਤ ਉਹਦੇ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੁੰਦਾ ਕਿਉਂਕਿ ਹੋਰ ਮੈਂ ਇੱਕ ਦੋ ਤੁਹਾਨੂੰ ਪੁਆਇੰਟ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਆ, ਪਰ ਚੀਜ਼ ਇਹ ਆਉਂਦੀ ਹੈਗੀ ਹੈ। ਦੇਖੋ ਕਿਤਾਬਾਂ ਜਿਹੜੀਆਂ ਨੇ, ਗਿਆਨ ਤਾਂ ਕਿਤਾਬਾਂ 'ਚ ਮਿਲਣਾ ਨਾ, ਤੇ ਜੇ ਹੁਣ ਉਹ ਕਿਤਾਬ ਜਿਹੜੀ ਪੜ੍ਹ ਕੇ PhD ਕਰਨੀ ਤੇ ਉਹ ਜੇ ਵਾਸਤੇ 'ਚ ਬੰਦ ਰਹੇ ਤਾਂ ਫਿਰ ਤਾਂ ਕਹਾਣੀ ਤੁਸੀਂ ਕਹਿ ਚੁੱਕੇ ਹੋ। ਤੇ ਉਹ ਚੀਜ਼ਾਂ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਵੀ ਜਿਹੜਾ ਵੀ ਸਟੇਜ 'ਤੇ ਆਉਂਦਾ ਹੈ, ਚਾਹੇ ਮੈਂ ਹੋ, ਤੁਸੀਂ ਹੋ, ਚਾਹੇ ਹੋਰ ਪ੍ਰਚਾਰਕ ਹੈ, ਚਾਹੇ ਪ੍ਰੋਫੈਸ਼ਨਲ ਪ੍ਰਚਾਰਕ ਹੈਗਾ, ਤੇ ਉਹ ਸਿਰਫ ਜਿੱਦਾਂ ਹੁਣ ਤੁਸੀਂ ਕਹਿ ਕੇ ਉਹਦੀ ਲਾਈਨ ਦੇ ਉੱਤੇ ਹੈਗੇ। ਜਿਹੜੀ ਗੁਰਬਾਣੀ ਹੈ ਉਹ ਅੱਜ ਦੇ ਸਮੇਂ ਵਿੱਚ ਵੀ ਉਨੀ ਰੈਲੇਵੈਂਟ ਹੈ ਜਿੰਨੀ 500 ਪਹਿਲਾਂ ਸਾਲ ਸੀ। ਬਿਲਕੁਲ। ਅੱਛਾ, ਉਹਦੀ ਉਹ ਰੈਲੇਵੈਂਸੀ ਜਿਹੜੀ ਹੈ ਉਸ ਦੀ ਐਕਸਪਲੇਨੇਸ਼ਨ, ਉਸ ਨੂੰ ਵਿਸਥਾਰ ਦੇ ਵਿੱਚ ਦੱਸਣਾ, ਤੇ ਜੇ ਸਾਖੀਆਂ ਦੇ ਵਿੱਚ ਦੱਸਣਾ, ਜਿਹੜੀਆਂ ਸਾਖੀਆਂ ਕੁਝ ਮਨ ਘੜਤ ਨੇ, ਕੁਝ ਉਹ ਗੱਲਾਂ ਨੇ, ਉਹਨਾਂ ਦੇ ਨਾਲ ਤਾਂ ਜਿਹੜਾ ਮੂਹਰੇ ਨੌਜਵਾਨ ਬੈਠਾ, ਤੇ ਮੇਰੇ ਖਿਆਲ ਆਈ ਡੋਂਟ ਨੋ ਵੀ ਤੁਸੀਂ ਇਹਨਾਂ ਗੁਰਦੁਆਰਿਆਂ 'ਚ ਬੈਠਿਆਂ ਨੇ, ਸੌਰੀ ਲੈਕਚਰ ਕਰਦਿਆਂ ਨੇ ਦੇਖੇ ਹੋਣਗੇ ਵੀ ਕਿੰਨੇ ਕੁ ਨੌਜਵਾਨ ਸੰਗਤ ਦੇ ਵਿੱਚ ਬੈਠੇ ਸੀ ਸੁਣਨ ਵਾਲੇ। ਚਾਹੇ ਭਾਵੇਂ ਤੁਸੀਂ ਅੰਗਰੇਜ਼ੀ ਦੀ ਬਹੁਤ ਮੁਹਾਰਤ ਰੱਖਦੇ ਹੋ, ਤੁਸੀਂ ਅੰਗਰੇਜ਼ੀ ਦੇ ਲੈਕਚਰ ਆਖਰ ਨੂੰ ਬਾਹਰਲੇ ਮੁਲਕਾਂ 'ਚ ਅੰਗਰੇਜ਼ੀ ਦੇ ਲੈਕਚਰ ਹੀ ਕਰਦੇ ਹੋ, ਪਰ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵੀ ਜੇ ਅਸੀਂ ਉਸ ਚੀਜ਼ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਲੈ ਕੇ ਇਹ ਨਹੀਂ ਆਉਂਦੇ, ਜਾਂ ਉਹ ਜਿਹੜੀ ਸਾਡੀ ਗੁਰਬਾਣੀ ਹੈ ਉਹਨੂੰ ਵਿਗਿਆਨਕ ਤੌਰ 'ਤੇ ਰੈਲੇਵੈਂਸ ਜਿਹੜੀ ਅੱਜ ਦੇ ਮੌਕੇ ਦੇ ਉੱਤੇ ਨਹੀਂ ਉਸ ਗੱਲ ਨੂੰ ਲੈ ਕੇ ਆਉਂਦੇ, ਤੇ ਫਿਰ
ਮੈਨੂੰ ਜਿਹੜਾ ਸਾਡਾ ਭਵਿੱਖ ਆ ਬਹੁਤਾ ਉਜਲਾ ਨਹੀਂ ਦਿਸਦਾ। ਬਿਲਕੁਲ ਆਪਾਂ ਦੇਖ ਸਕਦੇ ਹਾਂ ਜੀ, ਇੱਥੇ ਤੁਹਾਡੇ ਸਾਹਮਣੇ ਨੇ ਇਸ ਮੁਲਕ ਵਿੱਚ ਵੀ ਚਰਚ ਅੱਜ ਵਿਕ ਵੀ ਰਹੇ ਨੇ, ਖਰੀਦੇ ਵੀ ਗਏ ਨੇ ਗੁਰੂ ਘਰਾਂ ਵੱਲੋਂ, ਕਈ ਤੁਹਾਡੇ ਸਾਹਮਣੇ ਨੇ ਐਗਜ਼ਾਮਪਲਸ। ਤੇ ਇਹ ਹੌਲੀ ਹੌਲੀ ਇਸੇ ਲਈ ਘਟਦੀ ਜਾ ਰਹੀ ਹੈ ਕਿਉਂਕਿ ਉਹੀ ਬਾਈਬਲ ਉੱਥੇ ਤੱਕ ਪੜ੍ਹ ਕੇ ਸੀਮਤ ਹੋਣ ਨਾਲ ਸਾਡੀ ਨੌਜਵਾਨ ਪੀੜ੍ਹੀ ਉਸ 'ਚੋਂ ਉਹ ਗੇਨ ਨਹੀਂ ਸੀ ਕਰ ਰਹੀ। ਇਸੇ ਕਰਕੇ ਹੌਲੀ ਹੌਲੀ ਪਰਾਂ ਹੋਣ ਲੱਗ ਗਏ ਨੇ ਤੇ ਲੋਕ ਹੌਲੀ ਹੌਲੀ ਜੋ ਬਜ਼ੁਰਗ ਸਨ ਜਿਹੜੇ ਮਰ ਗਏ ਉਹ ਖਤਮ ਹੋ ਗਏ, ਅਗਲੇ ਆਪਣੇ ਕੰਮਾਂ 'ਚ ਰੁੱਝੇ ਨੇ, ਬੱਚੇ ਜੁੜੇ ਨਹੀਂ, ਸੋ ਹੌਲੀ ਹੌਲੀ ਉੱਥੇ ਆਣੇ ਲੋਕ ਘਟ ਗਏ। ਐਗਜ਼ੈਕਟਲੀ ਇਹੀ ਕੁਝ ਅਸੀਂ ਉਹਨਾਂ ਤੋਂ ਥੋੜ੍ਹੇ ਪਿਛਾਂਹ ਵਾਂ, ਪਰ ਚੱਲ ਉਸੇ ਹੀ ਕਦਮ ਤੇ ਰਹੇ ਹਾਂ। ਅੱਜ ਸਾਡੀ ਨੌਜਵਾਨ ਪੀੜ੍ਹੀ ਨਹੀਂ ਆ ਰਹੀ ਕਿਉਂਕਿ ਉਹਨਾਂ ਨੂੰ ਕੁਝ ਲੱਭ ਨਹੀਂ ਰਿਹਾ। ਬਜ਼ੁਰਗ ਅੱਜ ਹਨ, ਪਰ ਜਦੋਂ ਕੱਲ੍ਹ ਨਾ ਹੋਣਗੇ, ਸਾਡੀ ਪੀੜ੍ਹੀ ਵੀ ਜਦੋਂ ਤੁਰ ਗਈ ਤਾਂ ਅਗਲੇ ਬੱਚਿਆਂ ਨੇ ਕੁਝ ਕਰਨ ਆਉਣਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਅਜੇ ਤੱਕ ਕੁਝ ਲੱਭਿਆ ਹੀ ਨਹੀਂ ਸੀ। ਸੋ ਇਹ ਜੇ ਹੁਣ ਅੱਜ ਦੇ ਦਿਨ ਵੀ ਨਾ ਅਸੀਂ ਸਮਝੇ ਕਿ ਭਈ ਉਹ ਪਿੱਛੇ ਦੇ ਇਤਿਹਾਸ ਤੱਕ ਨਾ ਸੀਮਤ ਹੋਵੋ, ਅੱਗੇ ਤੁਰੋ, ਕੀ ਕਰਨ ਯੋਗ ਹੈ, ਇਸ ਰਿਲੀਜਨ ਨੂੰ ਇੱਕ ਜ਼ਿੰਦਗੀ ਜਿਉਣ ਦਾ ਢੰਗ ਬਣਾ ਦਿਓ ਤਾਂ ਸਾਰਾ ਯੂਥ ਨਾਲ ਦੀ ਨਾਲ ਜੁੜ ਜਾਏਗਾ। ਫਿਰ ਉਹ ਗੁਰਬਾਣੀ ਦੀ ਸਮਝ ਹੀ ਆਉਣੀ ਹੋਈ। ਪਰ ਇੱਕ ਮੈਂ ਪੁਆਇੰਟ ਦੇਖੋ, ਤੁਸੀਂ ਦੇਖੋ ਬਾਹਰਲੇ ਮੁਲਕਾਂ ਜਦੋਂ ਜਾਂਦੇ ਹੋ, ਅਕਸਰ ਨੂੰ ਕਈ ਵਾਰੀ ਬਹੁਤੇ ਘਰਾਂ 'ਚ ਵੀ ਨਹੀਂ ਰਿਹਾ ਜਾਂਦਾ, ਜੋ ਹੋਟਲਾਂ 'ਚ ਰਹਿੰਦੇ ਹੋ, ਤੇ ਬਹੁਤ ਸਾਰੇ ਹੋਟਲ ਇਹੋ ਜਿਹੇ ਨੇ ਜਿਨ੍ਹਾਂ ਕਮਰਿਆਂ ਦੇ ਵਿੱਚ ਡਰਾਅ ਦੇ ਵਿੱਚ ਉੱਥੇ ਕੁਰਾਨ ਵੀ ਪਿਆ, ਉੱਥੇ ਬਾਈਬਲ ਵੀ ਪਿਆ। ਬਿਲਕੁਲ। ਤੇ ਕੀ ਹੋ ਸਕਦਾ ਇਹ ਗੱਲ ਕਿਸੇ ਨੂੰ ਬਹੁਤੀ ਪਸੰਦ ਨਾ ਆਵੇ ਕਿ ਸਾਡੀ ਰਿਜਿਡਨੈਸ, ਸਾਡੀ ਕੱਟੜਤਾ ਜਿਹੜੀ ਹੈ, ਤੇ ਅਸੀਂ ਕਹਿੰਦੇ ਜੀ ਇੱਥੇ ਇੱਦਾਂ ਹੀ ਹੋਣਾ ਚਾਹੀਦਾ, ਕਿਸੇ ਦੇ ਘਰ ਆਹ ਕਿਤਾਬ ਨਹੀਂ ਪਈ ਹੋਣੀ ਚਾਹੀਦੀ, ਉਹ ਸ਼ਰਾਬ ਪੀਂਦਾ ਜਾਂ ਉਹ ਕਰਦਾ। ਇੱਕ ਕੱਟੜਤਾ ਵੀ ਹੈ ਤੇ ਇੱਕ ਹੈਗਾ ਕਿਸੇ ਗੱਲ ਨੂੰ ਸਮਝਾਉਣ ਦਾ, ਉਸ ਬੰਦੇ ਨੂੰ ਮੋੜਨ ਦਾ ਵੀ ਗੱਲ ਹੈਗੀ ਹੈ। ਤੇ ਕੀ ਸਾਡੀ ਜਿਹੜੀ ਪ੍ਰਫੁੱਲਤਾ ਹੈ ਤੇ ਕੀ ਸਾਡਾ ਜਿਹੜਾ ਪ੍ਰਚਾਰ ਹੈ ਉਹ ਚਾਰ ਦੀਵਾਰੀ ਦੇ ਵਿੱਚ ਹੀ ਤੇ ਬੰਨ੍ਹ ਕੇ ਰਹਿ ਗਿਆ ਤੇ ਕਿ ਉੱਥੇ ਹੀ ਰਹੇਗਾ, ਜਾਂ ਕਿ ਅਸੀਂ ਥੋੜ੍ਹਾ ਜਿਹਾ ਬਾਕੀ ਦੇ ਰਿਲੀਜਨ ਵਾਂਗਰ ਵੀ ਕੋਈ ਖਾਸ ਗੱਲ, ਕੋਈ ਪ੍ਰੈਕਟੀਕਲ ਗੱਲ ਹੈ ਜਿਹਦੇ ਨਾਲ ਅਸੀਂ ਉਹਨੂੰ ਵਧਾ ਸਕੀਏ ਜਾਂ ਉਹਦਾ ਪ੍ਰਚਾਰ ਕਰ ਸਕੀਏ? ਬਹੁਤ ਸੋਹਣੀ, ਕਮਾਲ ਹੀ ਕਰ ਦਿੱਤਾ ਤੁਸੀਂ ਇਸ ਸਵਾਲ 'ਚ। ਮੈਂ ਸਹਿਮਤ ਹਾਂ। ਮੈਂ ਨਹੀਂ ਕਹਿ ਰਹੀ ਕਿ ਗੁਰੂ ਗ੍ਰੰਥ ਸਾਹਿਬ ਉੱਥੇ ਤੁਸੀਂ ਰੱਖ ਦਿਓ। ਮੈਂ ਤਰੀਕਾ ਸਮਝਾਉਣਾ ਚਾਹੁੰਦੀ ਹਾਂ ਕਿ ਜਿਵੇਂ ਮੇਰੀਆਂ ਬਹੁਤ ਸਾਰੀਆਂ ਡਿਸਕਸ਼ਨਸ, ਕਿਉਂਕਿ ਉਹਨਾਂ ਮੁਲਕਾਂ 'ਚ ਵੀ ਹੁੰਦੀਆਂ ਨੇ ਜਿੱਥੇ ਬੈਠੇ ਜਾਂ ਅਮਰੀਕਨ ਸੀ ਜਾਂ ਕੈਨੇਡੀਅਨਸ ਉੱਥੋਂ ਦੇ, ਤਾਂ ਉਹਨਾਂ ਨੂੰ ਸਗੋਂ ਕੁਝ ਸ਼ੌਕ ਵੀ ਇਹ ਜਾਣਨ ਦਾ ਕਿ ਤੁਹਾਡੇ 'ਚ ਕੀ ਹੈ। ਉਸੇ ਤਰ੍ਹਾਂ ਆਪਾਂ ਗੱਲ ਚੁੱਕ ਸਕਦੇ ਹਾਂ ਕਿ ਜ਼ਿੰਦਗੀ ਨੂੰ ਜਿਉਣ ਦੇ 10 ਜੋ ਨੁਕਤੇ ਸਮਝਾਏ ਗਏ ਸੀ ਜਾਂ ਵੱਖੋ ਵੱਖਰੇ ਪੜਾਅ 10 ਜੋ ਸਾਡੇ 'ਚ ਕਹੇ ਨੇ, ਉਹ ਕਿਸ ਤਰੀਕੇ ਡਿਵੈਲਪ ਹੁੰਦੇ ਨੇ, ਉਸ ਚੀਜ਼ ਦਾ ਇੱਕ ਛੋਟਾ ਜਿਹਾ ਅਸੀਂ ਪੈਂਫਲੇਟ ਵਾਂਗ ਬਣਾ ਕੇ ਜੇ ਇਸ ਤਰ੍ਹਾਂ ਇੱਕ ਸੋਹਣੀ ਕਿਤਾਬਚੇ ਵਾਂਗ ਨਿੱਕਾ ਜੇ 2 ਜਾਂ 3 ਪੇਜਾਂ ਦਾ ਉੱਥੇ ਰੱਖ ਦਿੱਤਾ ਜਾਏ ਕਿ ਇਹ ਸਿੱਖ ਰਿਲੀਜਨ ਦੱਸਦਾ ਜੇ, ਜਾਂ ਇਸੇ ਤਰ੍ਹਾਂ ਕਿ ਕਿਰਤ ਕਰੋ ਪਰ ਉਹਦੇ ਨਾਲ ਤਬਦੀਲੀਆਂ ਕੀ ਆਉਂਦੀਆਂ ਨੇ, ਕਿਉਂ ਇਹਦਾ ਜ਼ਿਕਰ ਕੀਤਾ ਗਿਆ, ਕਿੰਨੀ ਵਾਰ ਜ਼ਿਕਰ ਕੀਤਾ ਗਿਆ ਤੇ ਕਿਵੇਂ ਉਹ ਪੂਰੀ ਹਿਊਮੈਨਿਟੀ 'ਤੇ ਅਸਰ ਪਾਉਂਦਾ। ਜੇ ਇਸ ਤਰ੍ਹਾਂ ਦੇ ਕਿਤਾਬਚੇ ਜੇ ਅਸੀਂ ਵੱਖੋ ਵੱਖ ਜ਼ਬਾਨਾਂ ਯਾਨੀ ਇੱਕ ਤੁਕ ਨੂੰ ਆਧਾਰ ਬਣਾ ਕੇ ਉਹਦੇ 'ਤੇ 7 ਜ਼ਬਾਨਾਂ ਦਾ ਤਰਜਮਾ ਬਣਾ ਕੇ ਉਹ 'ਚ ਨਿੱਕਾ ਜਿਹਾ ਕਿਤਾਬਚਾ ਹਰ ਥਾਈਂ ਅਵੇਲੇਬਲ ਕਰੀਏ, ਜਿੱਥੇ ਖੜੇ ਹਾਂ ਵੀ ਪੜ੍ਹੋ, ਵੇਖੋ ਇਹ ਸਾਡੇ ਵਿੱਚ ਕੀ ਹੈ, ਤਾਂ ਤੁਸੀਂ ਦੇਖੋਗੇ ਇਹਦੇ ਨਾਲ ਤਬਦੀਲੀ ਬਹੁਤ ਆਉਣੀ ਜੇ। ਪਰ ਸਾਡੇ ਅਸਲ 'ਚ ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਹੁੰਦੇ ਜਾਂ ਇਹੋ ਜਿਹੀਆਂ ਕਮੇਟੀਆਂ, ਉਹਨਾਂ ਦੀ ਸਮਝ ਜਾਂ ਸੋਚ ਇੰਨੀ ਵਿਸ਼ਾਲ ਹੈ ਜਾਂ ਨਹੀਂ, ਇਸ ਥਾਂ ਤੱਕ ਸੋਚ ਵੀ ਸਕਦੀਆਂ ਜਾਂ ਨਹੀਂ, ਜਾਂ ਉਹਨਾਂ ਉੱਤੇ ਕਿਸੇ ਹੋਰ ਵੱਲੋਂ ਪ੍ਰੈਸ਼ਰ ਹੈ ਕਿ ਗੱਲ ਕਰਨੀ ਨਹੀਂ, ਇਸ ਬਾਰੇ ਮੈਂ ਨਹੀਂ ਕੋਈ ਕਮੈਂਟ ਕਰਨਾ ਚਾਹੁੰਦੀ। ਪਰ ਚਾਹੀਦਾ ਇਹੋ ਹੈ ਕਿ ਧਰਮ ਨੂੰ ਪ੍ਰਚਾਰ ਸਿਰਫ ਤਾਂ ਉਹਦਾ ਸਹੀ ਮਾਇਨਿਆਂ ਵਿੱਚ ਗਿਣਿਆ ਜਾਣਾ ਚਾਹੀਦਾ ਜਦੋਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਇੰਟਰਸਟ ਪੈਦਾ ਹੋ ਜਾਏ। ਉਹੀ ਗੱਲ ਆ ਜਾਂਦੀ ਨਾ ਵੀ ਜਿਹੜੇ ਅਗਾਂਹ ਵਧੂ ਸੋਚ ਜਿਹੜੀ ਹੈ ਜੀ, ਕਿਉਂਕਿ ਜਿਹੜਾ ਦੇਖੋ ਵਾਹਿਗੁਰੂ ਨੂੰ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਦੇਖੋ ਤੈਨੂੰ 2 ਅੱਖਾਂ ਦਿੱਤੀਆਂ, 2 ਹੱਥ ਦਿੱਤੇ, ਤੁਰਨ ਪੈਰ ਸਾਰਾ ਕੁਝ ਦਿੱਤਾ ਹੈਗਾ, ਤੈਨੂੰ ਸੋਚਣ ਸ਼ਕਤੀ ਵੀ ਦਿੱਤੀ ਹੈ। ਵੀ ਜੇ ਉਹ ਸਾਡਾ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਇੱਕ ਜੇ ਇਹ ਵੀ ਕਹਿ ਲਿਆ ਜਾਵੇ ਵੀ ਹਿਊਮੈਨਿਟੀ ਦਾ ਇੱਕ ਮੈਨੂਅਲ ਹੈ, ਬਿਲਕੁਲ ਹਾਂਜੀ, ਉਹ ਜਿੱਦਾਂ ਮਤਲਬ ਆਮ ਹੁੰਦਾ ਵੀ ਕੋਈ ਵੀ ਇੰਸਟਰਕਸ਼ਨਸ ਹੈਗੀਆਂ, ਉਹ ਇੰਸਟਰਕਸ਼ਨ ਤੋਂ ਬਾਅਦ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਉੱਥੇ ਸੁਖਮਨੀ ਸਾਹਿਬ ਦਾ ਗੁਟਕਾ ਪਿਆ ਹੋਵੇ, ਅਸੀਂ ਨਹੀਂ ਇਹ ਚਾਹੁੰਦੇ। ਉਹ ਚਾਹੀਦੇ ਹੈਗੇ ਵੀ ਗੁਰਬਾਣੀ ਜਾਂ ਸਾਡੇ ਗੁਰੂਆਂ ਦੇ ਸਿਧਾਂਤ ਦੇ ਪੁਆਇੰਟਸ, ਬਿਲਕੁਲ ਐਂਡ ਅਲੱਗ-ਅਲੱਗ ਜ਼ਬਾਨਾਂ 'ਚ, ਹਾਂ ਜ਼ਬਾਨਾਂ ਪੁਆਇੰਟਸ ਲੈ ਕੇ ਉਹ ਵੀ ਕਿ ਹੋਟਲ ਵਾਲੇ ਨਾ ਨਹੀਂ ਕਰਨ ਲੱਗੇ। ਉਹਦੀ ਬਾਈਂਡਿੰਗ ਬੜੀ ਸੋਹਣੀ, ਇੱਕ ਸੁੰਦਰਤਾ, ਬਿਲਕੁਲ ਉਹਦੇ ਉੱਤੇ ਸੋਹਣੀ ਜੇ ਤੁਸੀਂ ਤਸਵੀਰਾਂ ਹੋਣ, ਬਹੁਤ ਅਟਰੈਕਟਿਵ ਬਣਾਈ ਜਾਏ ਵੀ ਬਦੋ ਬਦੀ ਬੰਦਾ ਉਹਨੂੰ ਫਰੋਲ ਕੇ ਦੇਖਣਾ ਚਾਹੇ ਹੈ ਕੀ, ਤੇ ਸੋਹਣੇ ਤਰੀਕੇ ਵਿੱਚ ਚਿੱਤਰਾਂ ਦੇ ਨਾਲ ਛੋਟਾ ਜਿਹਾ ਪੈਰਾਗ੍ਰਾਫ
ਜੋ ਇੱਕਦਮ ਸਟ੍ਰਾਈਕ ਕਰਦਾ ਵੀ ਕਮਾਲ ਦੀ ਚੀਜ਼ ਲਿਖੀ ਹੈ ਇਸ ਧਰਮ 'ਚ, ਤੇ ਉਹ ਵੀ ਵੱਖੋ ਵੱਖਰੀ ਜ਼ਬਾਨ 'ਚੋਂ, ਤੇ ਬਹੁਤ ਹੀ ਐਸੀ ਕਮਾਲ ਦੀ ਚੀਜ਼ ਪੇਸ਼ ਹੋ ਜਾਏਗੀ ਕਿ ਜਿਹਦੇ ਨਾਲ ਵੱਡੀ ਗਿਣਤੀ ਹੋਰ ਲੋਕ ਇਸ 'ਚ ਇੰਟਰਸਟਿਡ ਹੋਣਗੇ, ਨਸਲੀ ਵਿਤਕਰਾ ਘਟੇਗਾ, ਉਹਨਾਂ ਨੂੰ ਚਾਹ ਹੋਏਗੀ ਕਿ ਅਸੀਂ ਇੰਨੇ ਕੁ ਪੈਰੇ 'ਚ ਕਮਾਲ ਹੈ, ਪੜ੍ਹੀਏ ਤਾਂ ਸਹੀ ਹੋਰ ਕੀ ਹੈ। ਉਹਦੇ ਚ ਅੰਦਰ ਪੈਦਾ ਹੋਵੇ ਜਿਗਿਆਸਾ ਪੈਦਾ ਹੋਵੇ, ਮੈਂ ਇਹਦੇ ਬਾਰੇ ਹੋਰ ਜਾਣਨਾ ਚਾਹਨਾ, ਬਿਲਕੁਲ, ਕਿਉਂਕਿ ਇਹ ਹੈ ਸਹੀ ਪ੍ਰਚਾਰ। ਮੈਂ ਤਾਂ ਹੀ ਇਸ ਕਰਕੇ, ਕਿਉਂਕਿ ਤੁਸੀਂ ਇਸ ਵੇਲੇ ਮੇਰਾ ਖਿਆਲ ਨਹੀਂ ਵੀ ਦੁਨੀਆ ਦਾ ਕੋਈ ਐਸਾ ਮੁਲਕ ਹੋਵੇ ਜਿੱਥੇ ਤੁਸੀਂ ਨਹੀਂ ਗਏ ਹੋ, ਤੇ ਮੇਰਾ ਕਹਿਣ ਤੋਂ ਭਾਵ ਇਹ ਸੀ ਵੀ ਨਹੀਂ ਆਪਾਂ ਅਫਰੀਕਾ ਇਕੱਠਾ ਜਾਣਾ ਹੈ। ਨਹੀਂ, ਮੇਰਾ ਕਹਿਣ ਤੋਂ ਭਾਵ ਮੇਰਾ ਇਹ ਹੈ ਵੀ ਜਿਹੜਾ ਕੋਈ ਵੀ ਪ੍ਰੈਕਟੀਕਲ ਜਿਹੜਾ ਅਸੀਂ ਬਾਹਰ ਦੱਸਣ ਦੇ ਲਈ, ਪਰ ਮੈਂ ਇੱਕ ਇਸ ਚੀਜ਼ ਤੋਂ ਬੜਾ ਝਿਜਕਦਾ ਹੁੰਦਾ ਕਹਿਣ ਦਾ ਵੀ ਜਿਹੜੇ ਹੈ ਨਾ ਤੈਨੂੰ ਬਹੁਤ ਪਤਾ, ਉਹ ਮਤਲਬ ਕੱਟੜਤਾ ਜਿਹੜੀ ਹੈ ਨਾ, ਉਹ ਕੱਟੜਤਾ ਤਾਂ ਸਾਡੇ ਚੋਂ ਕੱਢ ਦੇਣੀ ਚਾਹੀਦੀ ਹੈ। ਤੇ ਨਾਲ ਹੈਗਾ ਵੀ ਜੇ ਅਸੀਂ ਥੋੜ੍ਹਾ ਜਿਹਾ ਉਹਦੇ ਜਿਹੜੇ ਕਹੇ ਹੋਏ ਹੈਗੇ ਹੁਕਮ ਸਿਧਾਂਤ ਉਹਨਾਂ ਦੇ ਚੱਲਣ ਦਾ ਕੰਮ ਕਰੀਏ। ਮੈਂ ਧਾਰਮਿਕ ਕੱਟੜਤਾ ਵੀ ਭਾਜੀ ਕਿਸੇ ਲੈਵਲ ਤੇ ਜ਼ਰੂਰੀ ਹੋ ਜਾਂਦੀ ਜੇ ਜਦੋਂ ਤੁਹਾਡੇ ਸਿਧਾਂਤਾਂ ਤੇ ਹੋਰ ਧਰਮ ਜ਼ੁਲਮ ਕਰਨ ਲਾ ਜਾਣ ਜਾਂ ਤੁਹਾਡੇ ਤੋਂ ਖੋਹਣ ਲੱਗ ਜਾਣ, ਉਸ ਪੱਧਰ ਤੱਕ ਹੀ ਸੀਮਤ ਹੋ ਜਾਣੀ ਚਾਹੀਦੀ ਹੈ। ਹਾਂ, ਉਹ ਨਹੀਂ, ਉਹ ਕੱਟੜਤਾ ਚਾਹੀਦੀ ਹੈ। ਹਾਂ, ਉਹ ਚੈਲੰਜਿੰਗ ਹੋ ਗਈ ਨਾ ਗੱਲ, ਉਹ ਜੇ ਤੁਹਾਨੂੰ ਚੈਲੰਜ ਕੀਤਾ, ਹਾਂ ਸਾਡਾ ਆਹ ਗੱਲ ਹੈਗੀ ਹੈ। ਪਰ ਜਿਹੜੀ ਕੱਟੜਤਾ, ਹੁਣ ਜੇ ਬੱਚਾ 1 ਮਿੰਟ ਲਈ ਆਉਂਦਾ ਲੰਗਰ ਦੇ ਵਿੱਚ, ਮੈਂ ਲੰਗਰ ਛੱਡ, ਓਏ ਤੈਨੂੰ ਕੀ ਪਤਾ, ਝਟਕੇ ਮਾਰ ਕੇ ਉਹਨੂੰ ਤੋੜ ਦਿੰਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਚੀਜ਼ ਨੂੰ ਜੇ ਬੱਚੇ ਨੂੰ ਪਿਆਰ ਨਾਲ ਸਮਝਾਓ ਵੀ ਬੇਟਾ ਐਦਾਂ ਕਰਨਾ, ਮੇਰਾ ਭਾਵ ਉਹ ਕਹਿਣ ਦਾ। ਪਰ ਜਦੋਂ ਮੈਂ ਆਪਣੇ ਜਿਹੜੇ ਖਾਸ ਇਸ ਜਿਹੜਾ ਸਾਡਾ ਟਾਈਟਲ ਆ ਪ੍ਰੋਗਰਾਮ ਦਾ, ਸੋ ਕਿਉਂ ਮੰਦਾ ਆਖੀਏ ਜਿਤ ਚ ਮੈਂ ਰਜਾਨ, ਤੇ ਇਹਦੇ ਤੇ ਜਿਹੜੀਆਂ ਤੁਸੀਂ UN ਜਾਂ ਹੁਣ ਜਿੱਦਾਂ ਵਾਸ਼ਿੰਗਟਨ ਦੇ ਜਾ ਕੇ ਆਏ ਹੋ, ਹੁਣ ਤੁਸੀਂ ਆਸਟ੍ਰੇਲੀਆ ਵੀ ਜਾਣਾ ਹੈ, ਮੇਰੇ ਖਿਆਲ ਮੁੜ ਕੇ ਕੈਨੇਡਾ ਵੀ ਸ਼ਾਇਦ ਜਾਣਾ ਹੈ, ਤੇ ਉਹ ਮੈਂ ਗੱਲਾਂ ਅੱਗੇ ਵੀ ਕਈ ਵਾਰੀ ਘਰ ਹਟੇ ਹੈਗੇ ਆ। ਦਿਨ ਦੇ ਤੇ 24 ਘੰਟੇ ਹੁੰਦੇ ਨੇ ਹੈ, ਇਹ 24 ਘੰਟਿਆਂ ਨੂੰ ਤੁਸੀਂ 30 ਘੰਟਿਆਂ ਦੇ ਵਿੱਚ ਕਿੱਦਾਂ ਤਬਦੀਲ ਕਰ ਲੈਂਦੇ ਹੋ। ਤੇ ਦੂਸਰੇ ਪਾਸੇ ਹੈ ਜਿੱਥੇ ਤੁਹਾਡਾ ਡਾਕਟਰੀ ਪੇਸ਼ਾ, ਉਹਦੇ ਤੇ ਵੀ ਤੁਸੀਂ ਧਿਆਨ ਦੇਣਾ ਹੁੰਦਾ, ਕਿਉਂਕਿ ਜੋ ਮੋਸਟਲੀ ਜਿਹੜੀਆਂ ਚੀਜ਼ਾਂ ਨਵੀਆਂ ਆ ਰਹੀਆਂ, ਦਵਾਈਆਂ ਨਵੀਆਂ ਆ ਰਹੀਆਂ, ਕਿਹੜੀ ਤੇ ਰਿਸਰਚ ਹੋ ਰਹੀ ਆ, ਉਹ ਵੀ ਪੜ੍ਹਨਾ ਹੁੰਦਾ, ਉਹਦੇ ਤੇ ਵੀ ਧਿਆਨ ਦੇਣਾ ਹੁੰਦਾ। ਤੇ ਨਾਲ ਨਾਲ ਤੁਹਾਡੀ ਕਲਮ ਬੜੀ ਰਫ਼ਤਾਰ ਨਾਲ ਚੱਲਦੀ ਹੈ ਵੀ ਜੋ ਸਾਡਾ ਇਤਿਹਾਸ ਹੈ, ਜੋ ਜਿਹੜੀਆਂ ਗੱਲਾਂ ਸਾਡੇ ਤੇ ਹੋਣੀਆਂ ਚਾਹੀਦੀਆਂ, ਉਹਦੇ ਤੇ ਵੀ ਲਿਖ ਰਹੇ ਹੋ। ਪਰ ਮੈਂ ਬੜਾ ਹੈਰਾਨ ਕਈ ਵਾਰੀ ਹੁੰਦਾ, ਤੇ ਮੈਂ ਮੇਰੇ ਵਰਗਾ ਤਾਂ ਹੁਣ ਕਹਿੰਦਾ ਯਾਰ ਪੈਨ ਛੱਡ ਥੱਕ ਗਏ ਆ, ਤੁਸੀਂ ਇਹ 30 ਘੰਟੇ 24 ਦੇ ਕਿੱਦਾਂ ਬਣਾਈ ਜਾਂਦੇ ਹੋ ਹਾਲੇ ਵੀ? ਮੈਂ ਜਦੋਂ ਮੇਰੇ ਫਾਦਰ ਕਹਿੰਦੇ ਸਨ ਨਾ ਵੀ ਤੂੰ ਲਿਖਿਆ ਕਰ, ਤੇ ਮੈਂ ਐਗਜ਼ੈਕਟਲੀ ਇਹੀ ਉਹਨਾਂ ਨੂੰ ਜਵਾਬ ਦੇ ਦਿੰਦੀ ਸਾਂ, ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਨਵੇਂ ਜਰਨਲ ਵੀ ਪੜ੍ਹਨੇ ਨੇ, ਮੈਂ ਰਿਸਰਚ ਦਾ ਪੇਪਰ ਵੀ ਪਬਲਿਸ਼ ਕਰਵਾਉਣਾ, ਮੈਂ ਕਲਾਸਾਂ ਵੀ ਲੈਣੀਆਂ, ਮਰੀਜ਼ ਵੀ ਦੇਖਣੇ, ਐਮਰਜੈਂਸੀ ਵੀ ਅਟੈਂਡ ਕਰਨੀ, ਮੇਰੇ ਕੋਲ ਕੋਈ ਤਾਂ ਟਾਈਮ ਹੋਇਆ ਕਦੇ ਕੋਈ ਡਾਕਟਰ ਵੀ ਸੁਣਿਆ ਵੀ ਕੰਮਕਾਰ ਛੱਡ ਕੇ ਤੇ ਆ ਇੱਧਰਲੇ ਪਾਸੇ ਪੈ ਜਾਏ, ਮੇਰੇ ਕੋਲ ਸਮਾਂ ਨਹੀਂ ਹੈ। ਮੈਨੂੰ ਬੜਾ ਕਮਾਲ ਦੀ ਗੱਲ ਉਹਨਾਂ ਨੇ ਦੱਸੀ ਸੀ ਕਿ ਜ਼ਿੰਦਗੀ ਉਨੀ ਹੀ ਰਹਿਣੀ ਹੈ, ਭੁੱਲ ਜਾ ਵੀ ਜ਼ਿੰਦਗੀ ਤੇ ਇੱਕ ਪਲ ਵੀ ਹੋਰ ਵਧੇਗਾ, ਇਹਨੇ ਉੱਥੇ ਤੱਕ ਸੀਮਤ ਰਹਿਣਾ, ਪਰ ਇਹ ਖਿਆਲ ਰੱਖੀ ਵੀ ਤੇਰੇ ਤੁਰ ਜਾਣ ਬਾਅਦ ਲੋਕ ਕੀ ਤੈਨੂੰ ਇੱਕ ਪਲ ਵੀ ਯਾਦ ਕਰਦੇ ਨੇ। ਕੋਈ ਲੋਕ ਭਲਾਈ ਦਾ ਕੰਮ ਵੀ ਕੀਤਾ, ਪਰ ਮੈਂ ਕਿਹਾ ਜੀ ਕਰ ਰਹੀ ਹਾਂ ਮੈਂ ਜੋ ਡਾਕਟਰੀ ਪੇਸ਼ੇ 'ਚ ਕਰੀ ਤਾਂ ਜਾ ਰਹੀ ਹਾਂ। ਕਹਿਣ ਲੱਗੇ ਨਹੀਂ ਤੁਹਾਡੇ ਕੋਲ ਸਮਾਂ ਹੁੰਦਾ ਜੇ ਉੱਥੇ ਬਹੁਤ। ਮੈਂ ਕਿਹਾ ਜੀ ਕਦੇ ਵੀ ਨਹੀਂ ਹੋਇਆ। ਕਹਿੰਦੇ ਚਾਹ ਪੀਣ ਦਾ ਸਮਾਂ ਹੁੰਦਾ। ਮੈਂ ਜੀ ਹਾਂ ਉਹ ਤਾਂ ਨਿਕਲਦਾ। ਉਦੋਂ ਗੱਲਾਂ ਕਰਦੇ ਹੋ? ਹਾਂਜੀ ਕਰਦੇ ਹਾਂ। ਉਦੋਂ ਫਿਰ ਇੱਕ ਦੂਜੇ ਦੀ ਨਿਖੇਧੀ ਹੋਈ ਕਰਦੇ ਹੋਵੋਗੇ, ਇਸ ਤੋਂ ਵੱਧ ਕੁਛ ਨਹੀਂ ਕਰਦੇ ਹੋਵੋਗੇ। ਭਈ ਕੁੜੀਏ ਉਹ ਸਮਾਂ ਪੈਨ ਚੁੱਕ ਲਿਆ ਕਰ, ਲਿਖ ਲਿਆ ਕਰ। ਕਿਸੇ ਲਈ 2 ਮੰਦੇ ਸ਼ਬਦ ਨਹੀਂ ਨਿਕਲਣਗੇ, ਚਾਹ ਦੇ 2 ਘੁੱਟ ਨਹੀਂ ਵੀ ਜਾਣਗੇ, ਤੇ ਤੂੰ ਇਹ ਕਰ ਲੈ। ਭਾਜੀ ਮੈਂ 10 ਸਾਲ ਮੈਂ ਚਾਹ ਵਰਗੀ ਚੀਜ਼ ਵੇਖੀ ਵੀ ਨਹੀਂ ਸੀ। ਮੈਂ ਸਿਰਫ ਤੇ ਸਿਰਫ ਉਹ ਸਮਾਂ ਵੀ ਆ ਗਿਆ, ਮੈਂ ਇਸ ਟਾਈਮ ਲਿਖਣਾ, ਤੇ ਮੈਂ ਉਹ ਲਿਖਣ ਦਾ ਜੋ ਮੈਂ ਉਸ ਥਾਂ 'ਤੇ ਦੇਖਿਆ ਹੁੰਦਾ ਸੀ ਉਹਨੂੰ ਸਮਝ ਕੇ, ਜਾਂ ਉਹ ਮੈਂ ਸਮਾਂ ਚੁਰਾ ਲੈਂਦੀ ਸੀ ਕੋਈ ਲੇਟੈਸਟ ਰਿਸਰਚ ਜਿਹਦੇ ਨਾਲ ਮੈਂ ਗੁਰਬਾਣੀ ਜੋੜ ਸਕਾਂ। ਸੋ ਇਹ ਸਮਾਂ ਚੁਰਾਉਂਦਿਆਂ ਹੋਇਆਂ ਰਾਤ ਸੌਣ ਲੱਗਿਆਂ ਆਪਾਂ TV ਤੇ ਦੇਖਦੇ ਜਾਂ ਮੋਬਾਈਲ ਤੇ ਦੇਖਦੇ ਸਮਾਂ ਖਰਾਬ ਕਰ ਸਕਦੇ ਹਾਂ, ਈਮੇਲਾਂ ਤੇ ਘੰਟਾ ਲਾ ਸਕਦੇ ਹਾਂ। ਮੈਂ ਫੇਸਬੁੱਕ ਤੇ ਨਹੀਂ ਹਾਂ, ਟਵਿੱਟਰ ਤੇ ਨਹੀਂ ਹਾਂ। ਆਫ ਕਰਕੇ ਮੈਨੂੰ ਲੱਗਦਾ ਕਿ ਉਹ ਸਮਾਂ ਮੈਂ ਬਚਾ ਲਿਆ। ਤੇ ਸੁੱਤੇ ਉੱਠੇ ਜਦੋਂ ਮੈਂ ਐਕਸਰਸਾਈਜ਼ ਲਈ ਜਾਣਾ ਹੈ ਤਾਂ ਉਹ ਰਸਤੇ 'ਚ ਜਾਂਦਿਆਂ ਵੀ ਜਿਹੜੀ ਕਾਰ ਤੇ ਆਉਣ ਜਾਣ ਦੇ ਸਮੇਂ ਵਿੱਚ ਵੀ ਮੈਂ ਇਹ ਸਾਰਾ ਕੰਮ ਆਪਣਾ ਨਿਬੇੜ ਲੈਂਦੀ ਹਾਂ। ਸੋ ਮੈਂ ਦਿਨ ਦੇ 24 ਦੇ 24 ਘੰਟਿਆਂ 'ਚੋਂ ਨਿਚੋੜ ਲੈਂਦੀ ਹਾਂ, ਰਸ ਵੀ ਕੱਢ ਲਓ। ਹੱਸਣ ਦੀ ਗੱਲ ਦੱਸ ਦਿੰਦੀ ਹਾਂ, ਅਸੀਂ ਰਸੋਈ 'ਚ ਹਮੇਸ਼ਾ ਇਕੱਠੇ ਹੋਏ ਹਾਂ, ਮੈਂ ਇਕੱਲੀ ਨਹੀਂ ਵੜੀ।
ਪਰ ਕਦੇ ਕਦਾਈ ਟੀਚਰ ਮੇਰਾ ਬੇਟਾ ਜਾਂ ਗੁਰਪਾਲ ਕਰ ਦਿੰਦੇ ਨੇ, ਦੇਖੀ ਸਬਜ਼ੀ 'ਚ ਲੂਣ ਦੀ ਥਾਂ ਤੇ ਕਿਤੇ ਖੰਡ ਪੈ ਜਾਏ, ਕਿ ਨਾਲੋਂ ਨਾਲ ਮੈਂ ਰਿਕਾਰਡ ਕਰੀ ਜਾਂਦੀ ਹਾਂ ਵੀ ਮੈਂ ਇਹ ਬੋਲਣਾ ਜਾਂ ਮੈਨੂੰ ਯਾਦ ਆ ਗਿਆ ਮੈਂ ਲਿਖਣਾ। ਸੋ ਹਾਂ, ਬਹੁਤ ਵਧੀਆ ਤੁਹਾਡੇ ਇੰਗਲੈਂਡ ਦੇ ਵਿੱਚ ਜੋ ਤੁਸੀਂ ਪ੍ਰੋਗਰਾਮ ਕੀਤੇ, ਇਹਨਾਂ ਦਾ ਵੀ ਬਹੁਤ ਧੰਨਵਾਦ ਹੈ। ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਤੁਸੀਂ ਜਿੰਨਾ ਸਮਾਂ ਜਿੰਨੀਆਂ ਵੀ ਗੱਲਾਂ ਕਰੀਆਂ ਬਹੁਤ ਹੀ ਅੱਛਾ ਲੱਗਾ, ਬਹੁਤ ਹੀ ਚੰਗਾ ਲੱਗਾ। ਸੋ ਫਿਰ ਸਮਾਂ ਬਣਿਆ ਤੇ ਇੰਗਲੈਂਡ ਆਉਣ ਦਾ ਦੇਖੋ, ਨਦੀ ਨਾਮ ਸੰਜੋਗੀ ਮੇਲੇ, ਫਿਰ ਵੀ ਕਿਤੇ ਗੱਲ ਬਣੇਗੀ ਤੇ ਫਿਰ ਵੀ ਆਏ ਤੇ ਫਿਰ ਵੀ ਗੱਲਾਂ ਕਰਾਂਗੇ। ਖੈਰ ਪ੍ਰੋਗਰਾਮ ਤਾਂ ਆਪਣੇ ਜਾਰੀ ਰਹਿਣਗੇ, ਉੱਥੇ ਤੁਹਾਡੇ ਲਾਈਵ ਲਿੰਕ ਦੇ ਨਾਲ ਗੱਲਾਂ ਕਰਾਂਗੇ। ਮੇਰੇ ਵੱਲੋਂ ਉਹ ਲਫ਼ਜ਼ ਨਹੀਂ ਵੀ ਮੈਂ ਉਹਨਾਂ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਧੰਨਵਾਦ ਜੀ। ਤੁਹਾਡੇ ਰਾਹੀਂ ਮੈਂ ਵੀ ਸੰਗਤ ਦਾ ਬਹੁਤ ਸ਼ੁਕਰਾਨਾ ਕਰਦੀ ਹਾਂ। ਇੰਨਾ ਮਾਣ, ਇੰਨਾ ਸਤਿਕਾਰ ਦਿੱਤਾ ਕਿ ਮੈਂ ਧੰਨ ਹੋ ਗਈ ਹਾਂ। ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਜੀ। ਪਿਆਰੇ ਦਰਸ਼ਕੋ, ਡਾਕਟਰ ਹਰਸ਼ਿੰਦਰ ਜੀ ਦੇ ਨਾਲ ਗੱਲਾਂ ਕਰਕੇ ਬੜਾ ਅੱਛਾ ਲੱਗਾ। ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਸੰਗਤਾਂ ਨੂੰ ਸੁਣਾਏ ਨੇ। ਸੰਗਤਾਂ ਨੂੰ ਸੁਣਾਉਣ ਤੋਂ ਬਾਵਜੂਦ ਮੈਂ ਤੇ ਇਹੀ ਇੱਕ ਬੇਨਤੀ ਕਰਾਂਗਾ ਵੀ ਜੋ ਗੱਲਾਂ ਇਹਨਾਂ ਨੇ ਕਹੀਆਂ ਹੈਗੀਆਂ, ਉਹਨਾਂ ਵੱਲ ਨੂੰ ਥੋੜ੍ਹੇ ਜਿਹੇ ਵੀ ਅਸੀਂ ਢਲੀਏ ਤੇ ਕੋਈ ਨਾ ਕੁਝ ਅਸੀਂ ਸੁਧਾਰ ਸਕਦੇ ਹਾਂ ਤੇ ਆਪਣੇ ਆਪ ਦੇ ਵਿੱਚ ਵੀ ਸੁਧਰ ਸਕਦੇ ਹਾਂ। ਕੋਈ ਬਹੁਤ ਸਾਰੀਆਂ ਗੱਲਾਂ ਹੈਗੀਆਂ ਕਿ ਉਹ ਜਿਹੜੇ ਇਹਨਾਂ ਨੇ ਸਾਨੂੰ ਦਿੱਤੇ ਨੇ ਸਿੱਟੇ ਕੱਢ ਕੇ, ਉਹ ਗੁਰਬਾਣੀ ਦੇ ਹੀ ਨੇ ਤੇ ਲਫ਼ਜ਼ ਭਾਵੇਂ ਇਹਨਾਂ ਨੇ ਉਹ ਆਪਣੇ ਵੱਲੋਂ ਕਲਮ ਨਾਲ ਲਿਖੇ ਹੋਣਗੇ, ਪਰ ਹੈ ਤੇ ਜਿਹੜਾ ਸਿਧਾਂਤ ਜਿਹੜਾ ਸਿੱਖੀ ਦਾ ਗੁਰੂਆਂ ਦਾ ਉਹੀ ਹੈ। ਉਹਨਾਂ ਦੇ ਉੱਤੇ ਅਸੀਂ ਵਿਚਾਰ ਕਰੀਏ। ਫਿਰ ਅਗਲੇ ਪ੍ਰੋਗਰਾਮ 'ਤੇ ਦਿਓ ਮੈਨੂੰ ਇਜਾਜ਼ਤ, ਤੇ ਡਾਕਟਰ ਹਰਸ਼ਿੰਦਰ ਜੀ ਦਾ ਬਹੁਤ ਧੰਨਵਾਦ। ਸੋ ਮੈਂ ਕੋਈ ਗਲਤੀ ਕਰ ਗਿਆ ਹੋਵਾਂ ਤੇ ਜ਼ਰੂਰ ਮਾफ़ ਕਰ ਦੇਣਾ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।